ਵਾਹਿਗੁਰੂ। ਇਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ ਜਪੁ ਆਸ ਜੁਗਾ ਸਚੁ ਹੈ ਪੀ ਸਚ ਨਾਨਕ ਹੋਸੀ ਪੀ ਸਚ ਮੂਹ ਗੁਜਰੈ ਸ਼ਾਸਤਰ ਖਟ ਪਿੰਗ ਗਿਰਨ ਚੁੜ ਜਾਇ ਅੰਧ ਲਕੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਇ ਅੰਧ ਲਕੈ ਬਦਰੁ ਸੁਣੈ ਜੋ ਕਾਲ ਕਿਰਪਾ ਕਰਾਇ ਡੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰੋ ਹੱਥ ਡੋਲਣ ਤੇ ਰਾਖੋ ਪ੍ਰਭੂ ਨਾਨਕ ਦੇ ਕਰੋ ਹੱਥ ਜੁਗੋ ਜੁਗ ਟਲ ਬਾਲੀਏ ਜੋ ਜਹਾਨ ਜਗਤ ਗੁਰੂ ਦਸਾਂ ਪਾਤਸ਼ਾਹਾਂ ਕੀ ਆਤਮਕ ਜੋ ਸਰੂਪ ਬਾਣੀ ਕੇ ਬੋਹਿਤ ਕਲਯੁਗ ਕੇ ਅਵਤਾਰ ਗੁਰਤਾ ਗੱਦੀ ਤੇ ਵਿਰਾਜਮਾਨ ਚਾਵਰ ਛਤਰ ਦੇ ਮਾਲਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਨਿੱਘੀ ਗੋਦ ਅੰਦਰ ਜੁੜ ਬੈਠੀ ਗੁਰੂ ਰੂਪ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ ਕਰੋ ਰਸਨਾ ਨੂੰ ਪਵਿੱਤਰ ਗੱਜ ਵੱਜ ਕੇ ਫਤਿਹ ਪ੍ਰਵਾਨ ਕਰੋ ਜੀ। ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪ ਸਰਬੱਤ ਸੰਗਤਾਂ ਬੜੇ ਧਨਤਾ ਦੇ ਯੁਗ ਹੋ ਜੋ ਪਿਛਲੇ ਕਾਫੀ ਲੰਮੇ ਸਮੇਂ ਤੋਂ ਗੁਰਬਾਣੀ ਦੀ ਵਿਚਾਰ ਦੇ ਨਾਲ ਜੁੜੇ ਹੋਏ ਹੋ। ਅੰਮ੍ਰਿਤ ਵੇਲੇ ਉੱਠ ਕਰਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ, ਸੇਵਾ ਕਰਦੇ ਹੋ, ਸਿਮਰਨ ਕਰਦੇ ਹੋ, ਵੱਡੇ ਹੀ ਭਾਗਾਂ ਵਾਲੇ ਹੋ। ਆਓ ਕਰੋ ਮਨ ਬਿਰਤੀਆਂ ਇਕਾਗਰ ਤਾਂ ਜੋ ਗੁਰਬਾਣੀ ਦੀ ਸੋਝੀ ਆਵੇ, ਭਜਨ ਬੰਦਗੀ ਦੀ ਸੋਝੀ ਆਵੇ। ਸੋ ਆਪ ਸਰਬੱਤ ਸੰਗਤਾਂ ਕੱਲ ਆਪ ਜੀ ਨੇ ਸੁਖਮਨੀ ਸਾਹਿਬ ਜੀ ਦੇ ਬਾਣੀ ਦੀ ਆਰੰਭਤਾ ਹੋਈ। ਆਪ ਜੀ ਨੇ ਸੁਖਮਨੀ ਸਾਹਿਬ ਜੀ ਦੀ 2 ਅਸ਼ਟਪਦੀਆਂ ਦੀ ਵਿਆਖਿਆ ਸਰਵਣ ਕੀਤੀ। ਸੋ ਮਹਾਰਾਜ ਪਹਿਲੀ ਅਸ਼ਟਪਦੀ ਦੇ ਵਿੱਚ ਪਹਿਲੇ ਸ਼ਲੋਕ ਦੇ ਵਿੱਚ ਨਾਮ ਦੇ ਬਾਬਤ ਦੱਸ ਰਹੇ ਹਨ। ਇਹ ਨਾਮ ਜਪਣ ਦੇ ਨਾਲ, ਉਸ ਪਰਮਾਤਮਾ ਨੂੰ ਸਿਮਰਨ ਦੇ ਨਾਲ ਜੀਵ ਨੂੰ ਕੀ ਮਿਲਦਾ ਹੈ। ਪ੍ਰਭ ਕੈ ਸਿਮਰਨ ਭਉ ਨਾ ਵਿਆਪੈ, ਪ੍ਰਭ ਕੈ ਸਿਮਰਨ ਦੁਖ ਨਾ ਸੰਤਾਪੈ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ 7 ਪ੍ਰਕਾਰ ਦਾ ਡਰ ਨਹੀਂ ਲੱਗਦਾ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਜੀਵ ਨੂੰ ਜੰਮਣ ਮਰਨ ਆਦਿ ਦਾ ਦੁੱਖ ਨਹੀਂ ਸਤਾਉਂਦਾ। ਮਹਾਰਾਜ ਅੱਗੇ ਪ੍ਰਮਾਣ ਕਰਦੇ ਹਨ, ਪ੍ਰਭ ਕੈ ਸਿਮਰਨ ਰਿਦ ਸਿਧ ਨਾਉ ਨਿਦ, ਪ੍ਰਭ ਕੈ ਸਿਮਰਨ ਗਿਆਨ ਧਿਆਨ ਤਤ ਬੁੱਧ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਰਿੱਧੀਆਂ ਸਿੱਧੀਆਂ ਨੌ ਨਿਧੀਆਂ ਮਿਲ ਜਾਂਦੀਆਂ ਹਨ। ਨਿਧ ਸਿੱਧ ਨਿਰਮਲ ਨਾਮ ਵਿਚਾਰ, ਪਰਮਾਤਮਾ ਦਾ ਨਾਮ ਜਪ ਕੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੋ ਜਾਂਦੀ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਨਿਰਗੁਣ ਦਾ ਗਿਆਨ, ਸਰਗੁਣ ਦਾ ਧਿਆਨ ਅਤੇ ਤਤ ਸਰੂਪ ਦਾ ਬੋਧ ਵੀ ਹੁੰਦਾ ਹੈ।
ਸਾਂਖ ਮਤ ਵਾਲੇ ਤੱਤਾਂ ਦੇ 25 ਪ੍ਰਕਿਰਤੀਆਂ ਦਾ ਗਿਆਨ ਕਥਨ ਕਰਦੇ ਹਨ। ਪਤੰਜਲੀ ਬਿਰਤੀ ਦਾ ਅਨੁਰੋਧ ਕਰਨ ਰੂਪ ਧਿਆਨ ਲਾਉਂਦੇ ਹਨ ਅਤੇ ਵੇਦਾਂਤ ਮਤ ਵਾਲੇ ਤਤ ਦਾ ਬੋਧ ਭਾਵ ਜੀਵ ਈਸ਼ ਦੀ ਏਕਤਾ ਕਥਨ ਕਰਦੇ ਹਨ। ਇਹ ਸਭ ਕੁਝ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਪ੍ਰਾਪਤ ਹੋ ਜਾਂਦਾ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਗਿਆਨ ਧਿਆਨ ਦੇ ਸਹਿਤ ਸਿਧਾਂਤ ਦੇ ਜਾਣਨ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ, ਭਾਵ ਤਤ ਵੇਤਿਆਂ ਵਾਲੀ ਬੁੱਧੀ ਪ੍ਰਾਪਤ ਹੁੰਦੀ ਹੈ। ਪ੍ਰਭ ਕੈ ਸਿਮਰਨ ਜਪ ਤਪ ਪੂਜਾ, ਪ੍ਰਭ ਕੈ ਸਿਮਰਨ ਬਿਨ ਸਹਿ ਦੂਜਾ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਜਪ ਤਪ ਪੂਜਾ ਆਦਿ ਦਾ ਫਲ ਪ੍ਰਾਪਤ ਹੁੰਦਾ ਹੈ। ਪਰਮੇਸ਼ਰ ਦਾ ਸਿਮਰਨ ਕਰਕੇ ਜਪ ਤਪ ਪੂਜਾ ਆਦਿ ਸਾਰੇ ਸਫਲੇ ਹੁੰਦੇ ਹਨ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਦਵੈਤ ਭਾਵ ਮਿਟ ਜਾਂਦੀ ਹੈ, ਭਾਵ ਨਾਸ ਹੋ ਜਾਂਦੀ ਹੈ। ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰਮਲ ਪਾਵੋ। ਇਹਨਾਂ ਨੂੰ ਕੜਾਈ ਮਨੀ ਉਹ ਅੰਦਰ ਬੜੀ ਲੋਹੇ ਵਾਲੀ ਔਰ ਬੱਠੀ ਉਠਾ ਦੇ ਦਿਓ ਨਵੀਂ ਜਿਹੜੇ ਅੰਦਰ ਪੜੀ। ਮਹਾਰਾਜ ਕਹਿੰਦੇ ਤਨ ਮਨ ਅਰਪੋ ਪੂਜ ਚਰਾਵੋ, ਗੁਰ ਪ੍ਰਸਾਦ ਨਿਰੰਜਨ ਪਾਵੋ। ਪ੍ਰਭ ਕੈ ਸਿਮਰਨ ਤੀਰਥ ਇਸਨਾਨੀ, ਪ੍ਰਭ ਕੈ ਸਿਮਰਨ ਦਰਗਹਿ ਮਾਨੀ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਪ੍ਰਾਪਤ ਹੋ ਜਾਂਦਾ ਹੈ, ਭਾਵ ਘਰ ਬੈਠਿਆਂ ਹੀ ਸਾਰੇ ਤੀਰਥਾਂ ਦੇ ਇਸ਼ਨਾਨ ਦਾ ਫਲ ਮਿਲ ਜਾਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਪਾਓ, ਅੰਤਰਗਤ ਤੀਰਥ ਮਲ ਨਾ ਹੋ। ਸਾਰੇ ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਜੀਵ ਦੀ ਪਰਲੋਕ ਵਿੱਚ ਮੰਨੀ ਜਾਂਦੀ ਹੈ, ਭਾਵ ਇੱਜ਼ਤ ਪਾਉਂਦਾ ਹੈ। ਪ੍ਰਭ ਕੈ ਸਿਮਰਨ ਦਰਗਹਿ ਮਾਨੀ, ਪ੍ਰਭ ਕੈ ਸਿਮਰਨ ਹੋਏ ਸੋ ਭਲਾ, ਪ੍ਰਭ ਕੈ ਸਿਮਰਨ ਸੋ ਫਲ ਭਲਾ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਮਨੁੱਖ ਕੋਲ ਜੋ ਕੁਝ ਵੀ ਹੁੰਦਾ ਹੈ ਉਹ ਚੰਗਾ ਹੀ ਹੁੰਦਾ ਹੈ। ਪਰਮੇਸ਼ਰ ਦੇ ਸਿਮਰਨ ਕਰਨੇ ਵਾਲਾ ਸਮਝਦਾ ਹੈ ਕਿ ਉਸ ਦੇ ਭਾਣੇ ਵਿੱਚ ਜੋ ਵੀ ਸੁੱਖ ਦੁੱਖ ਪ੍ਰਾਪਤ ਹੁੰਦਾ ਹੈ ਉਹ ਚੰਗਾ ਹੀ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਸ੍ਰੇਸ਼ਟ ਗਿਆਨ ਫਲਾ ਕਰਕੇ ਹੀ ਜੀਵ ਫਲੀਭੂਤ ਹੋ ਜਾਂਦਾ ਹੈ, ਭਾਵ ਗਿਆਨ ਰੂਪ ਸ੍ਰੇਸ਼ਟ ਫਲ ਕਰਕੇ ਫਲਦਾ ਹੈ। ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾਕੈ ਲਾਗੂ ਪਾਏ। ਪਰ ਪਰਮੇਸ਼ਰ ਦੇ ਨਾਮ ਨੂੰ ਉਹ ਹੀ ਸਿਮਰਦੇ ਹਨ ਜਿਨ੍ਹਾਂ ਤੋਂ ਪਰਮੇਸ਼ਰ ਸਿਮਰਨ ਕਰਾਉਂਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਹਨਾਂ ਸਿਮਰਨ ਕਰਨ ਵਾਲਿਆਂ ਦੇ ਚਰਨੀ ਲੱਗਣਾ ਕਰੀਏ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੈ ਸਿਮਰਨ ਉਦਰੇ ਮੂਚਾ। ਹਰੀ ਵਾਹਿਗੁਰੂ ਦਾ ਸਿਮਰਨ ਭਜਨ ਸਾਰਿਆਂ ਕਰਮਾਂ ਧਰਮਾਂ ਤੋਂ ਉੱਤਮ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਬਹੁਤੇ ਤਰ ਗਏ, ਭਾਵ ਗਿਣੇ ਨਹੀਂ ਜਾਂਦੇ ਕਿ ਕਿਤਨੇ ਕੁ ਉਦਰੇ ਹਨ, ਅਣਗਿਣਤ ਹਨ। ਪ੍ਰਭ ਕੈ ਸਿਮਰਨ ਤ੍ਰਿਸ਼ਨਾ ਬੂਝੈ, ਪ੍ਰਭ ਕੈ ਸਿਮਰਨ ਸਭ ਕਿਛ ਸੂਝੈ। ਹਰੀ ਵਾਹਿਗੁਰੂ ਦੇ ਭਜਨ ਕਰਕੇ ਤ੍ਰਿਸ਼ਨਾ ਦੀ ਅੱਗ ਹਿਰਦੇ ਅੰਦਰੋਂ ਬੁਝ ਜਾਂਦੀ ਹੈ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਜੋ ਪਿੱਛੇ ਹੋਇਆ ਅੱਗੇ ਨੂੰ ਹੋਵੇਗਾ। ਹੁਣ ਜੋ ਹੋ ਰਿਹਾ ਹੈ ਸਾਰਾ ਕੁਝ ਸੁਝ ਜਾਂਦਾ ਹੈ। ਐਸੀ ਦਿਵ ਦ੍ਰਿਸ਼ਟੀ ਜਾਗ ਪੈਂਦੀ ਹੈ। ਪ੍ਰਭ ਕੈ ਸਿਮਰਨ ਨਾਹੀ ਜਮ ਤਰਾਸਾ,
ਪ੍ਰਭ ਕੈ ਸਿਮਰਨ ਪੂਰਨ ਆਸਾ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਜਮਾਂ ਦਾ ਡਰ ਨਹੀਂ ਲੱਗਦਾ। ਹਰੀ ਵਾਹਿਗੁਰੂ ਦਾ ਸਿਮਰਨ ਭਜਨ ਕਰਕੇ ਮਨ ਦੀਆਂ ਸਾਰੀਆਂ ਆਸਾਂ ਪੂਰੀਆਂ ਹੋ ਜਾਂਦੀਆਂ ਹਨ। ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੀ ਸਮਾਏ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਅੰਤਸ਼ਕਰਨ ਦੀ ਪਾਪਾਂ ਰੂਪ ਮੈਲ ਚਲੀ ਜਾਂਦੀ ਹੈ। ਨਾਮ ਅੰਮ੍ਰਿਤ ਹਿਰਦੇ ਵਿੱਚ ਸਮਾ ਭਾਵ ਵਸ ਜਾਂਦਾ ਹੈ। ਪ੍ਰਭ ਜੀ ਵਸੈ ਸਾਧ ਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ। ਸਿਮਰਨ ਕਰਨ ਵਾਲਿਆਂ ਸ੍ਰੇਸ਼ਟ ਜਨਾਂ ਦੀ ਜੀਵਾ ਤੇ ਆਪ ਪਰਮੇਸ਼ਰ ਜੀ ਵਸਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਲਈ ਮੈਂ ਸ੍ਰੇਸ਼ਟ ਜਨਾਂ ਦੇ ਦਾਸਾਂ ਦਾ ਦਾਸ ਹਾਂ। ਪ੍ਰਭ ਕੋ ਸਿਮਰੈ ਸੀ ਤਨਵੰਤੇ, ਪ੍ਰਭ ਕੋ ਸਿਮਰੈ ਸੀ ਪਤਵੰਤੇ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਅਸਲ ਨਾਮ ਰੂਪ ਧਨ ਵਾਲੇ ਧਨਾੜ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਇੱਜ਼ਤ ਵਾਲੇ ਹਨ। ਧਨਵੰਤੇ, ਧਨਵੰਤੇ ਦਾ ਮਤਲਬ ਹੈ ਇੱਜ਼ਤ, ਇੱਜ਼ਤ ਵਾਲੇ ਹਨ। ਪ੍ਰਭ ਕੋ ਸਿਮਰੈ ਸੀ ਜਨ ਪਰਵਾਨ, ਪ੍ਰਭ ਕੋ ਸਿਮਰੈ ਸੀ ਪੁਰਖ ਪ੍ਰਧਾਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਪੁਰਖ ਤਿੰਨਾਂ ਲੋਕਾਂ ਵਿੱਚ ਪ੍ਰਵਾਨਿਕ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਪੁਰਖ ਮੁਖੀ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਪੁਰਖ ਸਤ ਸੰਤੋਖ ਗੁਣਾਂ ਦੇ ਸਹਿਤ ਹੋ ਕੇ ਪ੍ਰਮਾਣਿਕ ਹਨ ਅਤੇ ਪ੍ਰਭੂ ਨੂੰ ਸਿਮਰਨੇ ਕਰਕੇ ਕਾਮ ਕ੍ਰੋਧ ਨੂੰ ਜਿੱਤ ਕੇ ਉਹ ਪੁਰਖ ਲੋਕ ਪਰਲੋਕ ਵਿੱਚ ਮੁਖੀ ਹਨ। ਪ੍ਰਭ ਕੋ ਸਿਮਰੈ ਸੀ ਵੀ ਮੋਹਤਾਜੀ, ਪ੍ਰਭ ਕੋ ਸਿਮਰੈ ਸੀ ਸਰਬ ਕੀ ਰਾਜੇ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਬੇਪਰਵਾਹ ਰਹਿੰਦੇ ਹਨ, ਭਾਵ ਉਹਨਾਂ ਨੂੰ ਕਿਸੇ ਦੀ ਖੁਸ਼ਾਮਦ ਨਹੀਂ ਕਰਨੀ ਪੈਂਦੀ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹ ਸਾਰਿਆਂ ਦੇ ਰਾਜੇ ਹਨ, ਭਾਵ ਉਹ ਸਾਰੀ ਦੁਨੀਆ ਦੇ ਬਾਦਸ਼ਾਹ ਹਨ। ਜਿਵੇਂ ਕਿ ਇੱਕ ਅਦਨ ਦੇਸ਼ ਦਾ ਬਾਦਸ਼ਾਹ ਸੀ, ਉਹ ਆਪਣਾ ਸਾਰਾ ਰਾਜ ਭਾਗ ਆਪਣੇ ਪੁੱਤਰ ਨੂੰ ਦੇ ਕੇ ਆਪ ਜੰਗਲਾਂ ਵਿੱਚ ਤਪ ਕਰਨ ਲੱਗ ਪਿਆ। ਇੱਕ ਦਰਿਆ ਦੇ ਕਿਨਾਰੇ ਤੇ ਬੈਠ ਗਿਆ। ਕੁਝ ਸਮਾਂ ਲੰਘਿਆ ਤਾਂ ਉਸ ਦਾ ਪੁੱਤਰ ਆਪਣੀਆਂ ਫੌਜਾਂ ਨੂੰ ਲੈ ਕੇ ਪਿਤਾ ਨੂੰ ਮਿਲਣ ਲਈ ਆਇਆ ਤੇ ਕਹਿਣ ਲੱਗਾ ਕਿ ਤੁਹਾਡੇ ਸਾਧੂ ਬਣਨ ਕਰਕੇ ਲੋਕ ਮੈਨੂੰ ਨਾਲਾਇਕ ਕਹਿੰਦੇ ਹਨ ਕਿ ਪਿਤਾ ਜੰਗਲਾਂ ਉਜਾੜਾਂ ਵਿੱਚ ਰੁਲਦਾ ਫਿਰਦਾ ਹੈ ਤੇ ਆਪ ਰਾਜ ਮਹਿਲਾਂ ਵਿੱਚ ਰਹਿੰਦਾ ਹੈ। ਤੁਸੀਂ ਮੇਰੇ ਨਾਲ ਘਰ ਚੱਲੋ, ਮੈਂ ਤੁਹਾਡੀ ਸੇਵਾ ਵਿੱਚ ਕੋਈ ਢਿੱਲ ਨਹੀਂ ਰੱਖਾਂਗਾ। ਰਾਜਾ ਕਹਿਣ ਲੱਗਾ ਕਿ ਪੁੱਤਰ ਅੱਜ ਮੇਰਾ ਹੁਕਮ ਸਾਰੇ ਪਾਸੇ ਚੱਲਦਾ ਹੈ, ਸਾਰੇ ਪਾਸੇ ਚੱਲਦਾ ਹੈ। ਮੈਂ ਹੁਣ ਰਾਜ ਤੋਂ ਕੀ ਲੈਣਾ ਹੈ? ਉਸ ਦਾ ਪੁੱਤਰ ਕਹਿਣ ਲੱਗਾ ਕਿ ਹੁਣ ਤੁਹਾਡਾ ਹੁਕਮ ਕਿਸ ਤੇ ਅਤੇ ਕਿਵੇਂ ਚੱਲਦਾ ਹੈ? ਨਾ ਤੁਹਾਡੇ ਕੋਲ ਰਾਜ ਹੈ, ਨਾ ਤਾਜ ਹੈ, ਨਾ ਹੁਣ ਤੁਸੀਂ ਰਾਜੇ ਹੋ। ਐਸਾ ਬਾਤ ਸੁਣ ਕੇ ਰਾਜੇ ਨੇ ਦਰਿਆ ਵਿੱਚ ਸੂਈ ਸੁੱਟ ਦਿੱਤੀ ਅਤੇ ਕਹਿਣ ਲੱਗਾ ਕਿ ਮੇਰੀ ਸੂਈ ਪਾਣੀ ਵਿੱਚੋਂ ਬਾਹਰ ਕਢਵਾ ਦੇ। ਉਸ ਦਾ ਪੁੱਤਰ ਕਹਿਣ ਲੱਗਾ ਕਿ 2 ਪੈਸੇ ਦੀ ਸੂਈ ਤੁਸੀਂ ਕੱਢ ਕੇ ਕੀ ਕਰਨੀ ਹੈ?
ਉਹ ਕਹਿਣ ਲੱਗਾ ਕਿ ਮੈਂ ਇਸ ਨਾਲ ਗੋਦੜੀ ਜੋ ਲੀਰਾ ਜੋੜ ਕੇ ਬਣਾਈ ਜਾਂਦੀ ਹੈ, ਗੋਦੜੀ ਉਸਨੂੰ ਕਹਿੰਦੇ ਹਨ, ਸਿਉਂਦਾ ਸੀ। ਰਾਜੇ ਦਾ ਪੁੱਤਰ ਕਹਿਣ ਲੱਗਾ ਕਿ ਮੈਂ ਹੁਣੇ ਹੀ ਨਵੀਂ ਸੂਈ ਮੰਗਵਾ ਦਿੰਦਾ ਹਾਂ। ਤਾਂ ਰਾਜੇ ਨੇ ਕਿਹਾ ਕਿ ਨਹੀਂ, ਮੈਨੂੰ ਉਹ ਹੀ ਸੂਈ ਚਾਹੀਦੀ ਹੈ। ਉਸਨੇ ਆਪਣੀਆਂ ਸਾਰੀਆਂ ਫੌਜਾਂ ਨੂੰ ਦਰਿਆ ਵਿੱਚ ਸੂਈ ਲੱਭਣ ਲਈ ਭੇਜ ਦਿੱਤਾ। ਫੌਜਾਂ ਟੁੱਬੀਆਂ ਮਾਰਦੀਆਂ ਰਹੀਆਂ, ਪਰੰਤੂ ਸੂਈ ਨਾ ਲੱਭੀ। ਤੇ ਉਸਦੇ ਪਿਤਾ ਨੇ ਕਿਹਾ ਕਿ ਤੇਰੀਆਂ ਫੌਜਾਂ ਤੋਂ ਸੂਈ ਨਹੀਂ ਲੱਭੀ, ਹੁਣ ਮੈਂ ਆਪਣੀਆਂ ਫੌਜਾਂ ਤੋਂ ਕਢਵਾ ਕੇ ਲਿਆਂਦਾ। ਉਸਨੇ ਕਿਹਾ ਕਿ हे ਵਰਣ ਦੇਵਤਾ, ਮੇਰੀ ਸੂਈ ਪਾਣੀ ਵਿੱਚੋਂ ਕੱਢ ਕੇ ਦੇਵੋ। ਉਸ ਵੇਲੇ ਵਰਣ ਦੇਵਤਾ ਨੇ ਮੱਛੀ ਦੇ ਰੂਪ ਵਿੱਚ ਸੂਈ ਪਾਣੀ ਤੋਂ ਬਾਹਰ ਕੱਢ ਕੇ ਵਿਖਾ ਦਿੱਤੀ। ਉਸਦਾ ਪਿਤਾ ਕਹਿਣ ਲੱਗਾ ਕਿ ਵੇਖ, ਵਰਣ ਦੇਵਤਾ ਮੇਰਾ ਹੁਕਮ ਮੰਨਦਾ ਹੈ, ਤੂੰ ਐਵੇਂ ਹੀ ਆਪਣੀਆਂ ਫੌਜਾਂ ਦਾ ਹੰਕਾਰ ਕਰਦਾ ਹੈ। ਸੋ ਪਰਮੇਸ਼ਰ ਦਾ ਐਸਾ ਨਾਮ ਹੈ ਕਿ ਜੋ ਵੀ ਉਸ ਪਰਮੇਸ਼ਰ ਦਾ ਨਾਮ ਜਪਦੇ ਹਨ, ਉਹਨਾਂ ਦਾ ਹੁਕਮ ਸਾਰਿਆਂ ਉੱਤੇ ਚੱਲਦਾ ਹੈ। ਪ੍ਰਭ ਕੋ ਸਿਮਰੈ ਸੇ ਬੇਮੋਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ। ਜਿਹੜੇ ਪਰਮਾਤਮਾ ਨੂੰ ਸਿਮਰਦੇ ਹਨ, ਉਹਨਾਂ ਦਾ ਹੁਕਮ ਸਾਰਿਆਂ ਤੇ ਚੱਲਦਾ ਹੈ। ਪ੍ਰਭ ਕੋ ਸਿਮਰੈ ਸੇ ਸੁਖ ਵਾਸੀ, ਪ੍ਰਭ ਕੋ ਸਿਮਰੈ ਸਦਾ ਅਵਨਾਸੀ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹ ਪੂਰਨ ਸੁਖ ਵਿੱਚ ਵਸਣ ਵਾਲੇ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹ ਹਮੇਸ਼ਾ ਨਾਸ ਤੋਂ ਰਹਿਤ ਹੋ ਜਾਂਦੇ ਹਨ। ਸਿਮਰਨ ਤੇ ਲਾਗੇ ਜਿਨ ਆਪ ਦਿਆਲਾ, ਨਾਨਕ ਜਨ ਕੀ ਮੰਗੈ ਰਵਾਲਾ। ਜਿਨ੍ਹਾਂ ਉੱਤੇ ਆਪ ਦਇਆ ਦੇ ਘਰ ਪਰਮੇਸ਼ਰ ਦਿਆਲੂ ਹੋਣ, ਉਹ ਪੁਰਖ ਹੀ ਸਿਮਰਨ ਵਿੱਚ ਲੱਗਦੇ ਹਨ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਅਸੀਂ ਸਿਮਰਨ ਕਰਨ ਵਾਲੇ ਐਸੇ ਪੁਰਖਾਂ ਦੀ ਰਵਾਲਾ ਕਿ ਹੈਗਾ ਚਰਨ ਧੂੜੀ ਮੰਗਦੇ ਹਾਂ। ਪ੍ਰਭ ਕੋ ਸਿਮਰੈ ਸੇ ਪਰਉਪਕਾਰੀ, ਪ੍ਰਭ ਕੋ ਸਿਮਰੈ ਤਿਨ ਸਦ ਬਲਿਹਾਰੀ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹ ਪਰ ਉਪਕਾਰੀ ਭਾਵ ਕਿ ਦੂਸਰਿਆਂ ਦਾ ਭਲਾ ਕਰਨ ਵਾਲੇ ਹਨ। ਦੁਸ਼ਮਣ ਦੀ ਵੀ ਸਹਾਇਤਾ ਕਰਨੀ ਪਰਉਪਕਾਰ ਹੈ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਦੇ ਉੱਪਰੋਂ ਹਮੇਸ਼ਾ ਕੁਰਬਾਨ ਜਾਂਦਾ ਹਾਂ। ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੂਖ ਵਿਆਵੈ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹ ਮੂੰਹ ਸੋਭਨੀਕ ਹਨ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਦੀ ਸੁਖ ਵਿੱਚ ਹੀ ਅਵਸਥਾ ਬਤੀਤ ਹੁੰਦੀ ਹੈ। ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ। ਫਾਏ ਕਾਟੇ ਮਿਟੇ ਗਵਨ, ਫਤਿਹ ਪਈ ਮਨ ਜੀਤ। ਉਹਨਾਂ ਨੇ ਆਪਣੇ ਮਨ ਨੂੰ ਜਿੱਤਿਆ ਹੈ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਦੀ ਮਰਿਆਦਾ ਉਜਲ ਹੈ। ਪ੍ਰਭ ਕੋ ਸਿਮਰੈ ਤਿਨ ਆਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸੇ ਹਰ ਨੇਰੇ। ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ, ਉਹਨਾਂ ਨੂੰ ਬਹੁਤੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ।
ਜੋ ਹਰੀ ਵਾਹਿਗੁਰੂ ਨੂੰ ਯਾਦ ਕਰਦੇ ਹਨ ਉਹਨਾਂ ਦੇ ਹਰੀ ਵਾਹਿਗੁਰੂ ਹਰ ਵਕਤ ਨੇੜੇ ਵਸਦਾ ਹੈ। ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰੈ ਭਾਗ। ਹੇ ਭਾਈ, ਸਾਧੂਆਂ ਦੀ ਦਇਆ ਦ੍ਰਿਸ਼ਟੀ ਤੋਂ ਹੀ ਵਾਹਿਗੁਰੂ ਦੇ ਸਿਮਰਨ ਵਿੱਚ ਰਾਤ ਦਿਨ ਜਾਗਣਾ ਹੁੰਦਾ ਹੈ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਪੂਰਨ ਕਰਮਾਂ ਕਰਕੇ ਹੀ ਸਿਮਰਨ ਭਜਨ ਪ੍ਰਾਪਤ ਹੁੰਦਾ ਹੈ। ਪ੍ਰਭ ਕੈ ਸਿਮਰਨ ਕਾਰਜ ਪੂਰੇ, ਪ੍ਰਭ ਕੈ ਸਿਮਰਨ ਕਬੂ ਨ ਝੂਰੇ। ਹਰੀ ਵਾਹਿਗੁਰੂ ਦੇ ਸਿਮਰਨ ਕਰਨੇ ਕਰਕੇ ਸਭ ਕੰਮ ਪੂਰਨ ਹੁੰਦੇ ਹਨ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਕਦੀ ਪੁਰਖ ਝੁਰਦੇ ਨਹੀਂ ਹਨ। ਪ੍ਰਭ ਕੈ ਸਿਮਰਨ ਹਰ ਗੁਣ ਬਾਨੀ, ਪ੍ਰਭ ਕੈ ਸਿਮਰਨ ਸਹਿਜ ਸਮਾਨੀ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਹਰੀ ਵਾਹਿਗੁਰੂ ਦੇ ਗੁਣਾਂ ਵਾਲੀ ਬਾਣੀ ਨਿਕਲਦੀ ਹੈ। ਮੁਖੋਂ ਗਿਆਨ ਵਾਲੀ ਬਾਣੀ ਨਿਕਲਦੀ ਹੈ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਸੁੱਤੇ ਸਿੱਧਗੀ ਬਿਰਤੀ ਵਾਹਿਗੁਰੂ ਵਿੱਚ ਸਮਾ ਜਾਂਦੀ ਹੈ। ਪ੍ਰਭ ਕੈ ਸਿਮਰਨ ਨੇ ਚਲੇ ਆਸਨ, ਪ੍ਰਭ ਕੈ ਸਿਮਰਨ ਕਮਲ ਵਿਗਾਸਨ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਅਚਲ ਆਸਨ ਪ੍ਰਾਪਤ ਹੋ ਜਾਂਦਾ ਹੈ। ਭਾਵ ਚਿੱਤ ਇਸਤਤ ਹੋ ਜਾਂਦਾ ਹੈ। ਹਰੀ ਵਾਹਿਗੁਰੂ ਦਾ ਸਿਮਰਨ ਕਰਕੇ ਹਿਰਦੇ ਰੂਪੀ ਕੌਲ ਖਿੜ ਜਾਂਦਾ ਹੈ। ਭਾਵ ਕਰੁਣਾ ਮੈਤਰੀ ਰੂਪ ਪੰਖੜੀਆਂ ਵਿੱਚੋਂ ਪ੍ਰੀਤ ਰੂਪ ਖੁਸ਼ਬੂ ਆਉਂਦੀ ਹੈ। ਪ੍ਰਭ ਕੈ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨ ਪਾਰ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਇੱਕ ਰਸ ਆਨੰਦ ਦੇ ਵਾਜੇ ਵੱਜਦੇ ਹਨ। ਹਰੀ ਵਾਹਿਗੁਰੂ ਦੇ ਭਜਨ ਦਾ ਜੋ ਸੁਖ ਹੈ ਉਸ ਦੇ ਅੰਤ ਦਾ ਪਰਲਾ ਕਿਨਾਰਾ ਨਹੀਂ ਪਾਇਆ ਜਾ ਸਕਦਾ। ਸਿਮਰ ਐਸੇ ਜਨ ਜਿਨ ਕੋ ਪ੍ਰਮਿਆ, ਉਹ ਪੁਰਖ ਪਰਮੇਸ਼ਰ ਨੂੰ ਯਾਦ ਕਰਦੇ ਹਨ ਜਿਨ੍ਹਾਂ ਦੇ ਉੱਪਰ ਵਾਹਿਗੁਰੂ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ। ਨਾਨਕ ਤਿਨ ਜਨ ਸਰਨੀ ਪਿਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਮੈਂ ਉਹਨਾਂ ਪੁਰਖਾਂ ਦੀ ਓਟ ਵਿੱਚ ਪੈਣਾ ਕਰਦਾ ਹਾਂ ਜਿਹੜੇ ਪਰਮਾਤਮਾ ਦਾ ਨਾਮ ਜਪਦੇ ਹਨ। ਹਰ ਸਿਮਰਨ ਕਰ ਪ੍ਰਗਟ ਭਗਤ ਪ੍ਰਗਟਾਏ, ਹਰ ਸਿਮਰਨ ਲਗ ਵੇਦ ਉਪਾਏ। ਹਰੀ ਵਾਹਿਗੁਰੂ ਦਾ ਭਜਨ ਕਰਕੇ ਹੀ ਦੁਨੀਆ ਵਿੱਚ ਭਗਤ ਪ੍ਰਸਿੱਧ ਹੋਏ ਹਨ। ਪਰਮੇਸ਼ਰ ਦਾ ਸਿਮਰਨ ਹੋਰ ਵੀ ਕਰਨ ਵਿੱਚ ਇਸ ਲਈ ਭਗਤ ਪ੍ਰਗਟ ਕੀਤੇ ਹਨ। ਹਰੀ ਵਾਹਿਗੁਰੂ ਦੇ ਸਿਮਰਨ ਵਿੱਚ ਲੱਗ ਕੇ ਹੀ ਬ੍ਰਹਮਾ ਨੇ ਵੇਦਾਂ ਨੂੰ ਪ੍ਰਗਟ ਕੀਤਾ ਹੈ। ਭਾਵ ਬ੍ਰਹਮਾ ਜੀ ਦੇ ਅੰਦਰ ਕੋਈ ਸ਼ਕਤੀ ਨਹੀਂ ਸੀ। ਜਦੋਂ ਕੌਲ ਦੀ ਨਾੜੀ ਚੋਂ ਨਿਕਲ ਕੇ ਵਾਸਦੇਵ ਦਾ ਜਾਪ ਕੀਤਾ, ਫਿਰ ਚਾਰੇ ਵੇਦ ਉਤਪੰਨ ਕੀਤੇ। ਇਸ ਕਰਕੇ ਉਹ ਹਰੀ ਵਾਹਿਗੁਰੂ ਦੇ ਸਿਮਰਨ ਵਿੱਚ ਲੱਗੇ। ਜਿਸ ਨੇ ਬ੍ਰਹਮਾ ਨੂੰ ਵੇਦ ਉਤਪੰਨ ਕਰਨ ਦੀ ਸ਼ਕਤੀ ਦਿੱਤੀ, ਬ੍ਰਹਮੇ ਦਿੱਤੇ ਵੇਦ ਪੂਜਾ ਲਾਇਆ। ਹਰ ਸਿਮਰਨ ਪਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਾਹੋਂ ਕੁੰਟ ਜਾਤੇ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਹੀ ਸਿੱਧੀ ਦੀ ਪ੍ਰਾਪਤੀ ਵਾਲੇ ਜੋਗੀ ਲੋਕ, ਜਤ ਰੱਖਣ ਵਾਲੇ ਜਤੀ ਤੇ ਦਾਨੇ ਆਦ ਹੋਏ ਹਨ। ਭਾਵ ਸ਼ਕਤੀਆਂ ਦੇ ਮਾਲਕ ਹੋ ਗਏ, ਦਾਤਾਂ ਦੇਣ ਵਾਲੇ ਦਾਤੇ ਵੀ ਬਣ ਗਏ ਹਨ। ਹਰੀ ਵਾਹਿਗੁਰੂ ਦੇ ਸਿਮਰਨ ਕਰਕੇ ਨੀਵੇਂ ਭਾਵ ਨੀਚ ਜਾਤੀ ਵਾਲੇ ਵੀ
ਚਾਰੇ ਦਿਸ਼ਾਵਾਂ ਉੱਤਰ ਦੱਖਣ ਪੂਰਬ ਪੱਛਮ ਵਿੱਚ ਜਾਣੇ ਜਗਏ ਹਨ। ਨੀਚ ਜਾਤ ਹਰ ਜਪਤਿਆਂ ਉੱਤਮ ਪਦਮੀ ਪਾਏ, ਪੁੱਛੋ ਬਿਦਰ ਦਾਸੀ ਸੁਤੈ ਕਿਸ਼ਨ ਉਤਰਿਆ ਕਰ ਜਿਸ ਜਾਏ। ਰਵਿਦਾਸ ਚਮਾਰ ਉਸਤਤ ਕਰੇ ਹਰ ਕੀਰਤ ਨਿਮਕ ਇੱਕ ਗਾਏ, ਪਤਤ ਜਾਤ ਉੱਤਮ ਪਿਆ ਚਾਰ ਵਰਨ ਪਏ ਪਗ ਆਏ। ਭਗਤ ਰਵਿਦਾਸ ਜੀ ਜਿਨ੍ਹਾਂ ਨੇ ਪਰਮਾਤਮਾ ਨੂੰ ਸਿਮਰਿਆ ਤੇ ਉਹਨਾਂ ਦੇ ਚਰਨਾਂ ਤੇ ਉੱਤੇ ਆ ਕਰਕੇ ਵੱਡੇ ਵੱਡੇ ਉਹਨਾਂ ਦੇ ਚਰਨੇ ਲੱਗੇ ਆ ਕੇ। ਨੀਚ ਜਾਤ ਹਰ ਜਪਤਿਆਂ ਉੱਤਮ ਪਦਵੀ ਪਾਏ, ਨੀਵੀਂ ਜਾਤ ਵਾਲੇ ਵੀ ਜਪ ਕਰਕੇ ਉੱਤਮ ਪਦਵੀ ਨੂੰ ਪਾ ਲੈਂਦੇ ਆ। ਹਰ ਸਿਮਰਨ ਤਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ। हे ਭਾਈ ਹਰੀ ਵਾਹਿਗੁਰੂ ਦਾ ਸਿਮਰਨ ਕਰੋ, ਜਿਸ ਨੇ ਸਾਰੀ ਧਰਤੀ ਆਪਣੇ ਆਸਰੇ ਕਾਇਮ ਕੀਤੀ ਹੈ। ਪ੍ਰਭੂ ਨੇ ਸਿਮਰਨ ਦੀ ਸ਼ਕਤੀ ਕਰਕੇ ਹੀ ਸਾਰੀ ਧਰਤੀ ਆਪਣੇ ਧਰਮ ਰੂਪੀ ਸਿਰ ਉੱਤੇ ਫੁੱਲ ਵਾਂਗ ਟਿਕਾਈ ਹੋਈ ਹੈ। ਜੋ ਹਰੀ ਵਾਹਿਗੁਰੂ ਸਭ ਕਾਰਜਾਂ ਦੇ ਸਾਧਨ ਕਰਨ ਵਾਲਾ ਹੈ, ਉਸ ਦੇ ਸਿਮਰਨ ਨੂੰ ਸਿਮਰਨਾ ਕਰੋ। ਜੋ ਕਾਰਜ ਕਰਨਾ ਹੈ ਉਹ ਹਰੀ ਵਾਹਿਗੁਰੂ ਦੇ ਸਿਮਰਨ ਨੂੰ ਸਿਮਰ ਕੇ ਕਰੋ, ਫਿਰ ਕੋਈ ਵਿਗੜ ਨਹੀਂ ਪਵੇਗਾ। ਹਰ ਸਿਮਰਨ ਕੀਓ ਸਗਲੇ ਅਕਾਰ, ਹਰ ਸਿਮਰਨ ਮਹਿ ਆਪ ਨਿਰੰਕਾਰ। ਹਰੀ ਵਾਹਿਗੁਰੂ ਦੇ ਸਿਮਰਨ ਕਰਨ ਵਾਸਤੇ ਇਹ ਸਾਰਾ ਆਕਾਰ ਬਣਾਉਣਾ ਕੀਤਾ ਹੈ। ਹਰੀ ਨੇ ਸਿਮਰਨ ਕਰਾਉਣ ਵਾਸਤੇ ਸਾਰੀਆਂ ਸਰੀਰਾਂ ਨੂੰ ਬਣਾਉਣਾ ਕੀਤਾ ਹੈ। ਜੇਤਾ ਕੀਤਾ ਤੇਤਾ ਨਾਮ, ਇਹ ਸਾਰੇ ਸਰੀਰ ਬਣਾਉਣੇ ਕੀਤੇ ਹਨ। ਹਰੀ ਦੇ ਨਾਮ ਸਿਮਰਨ ਵਿੱਚ, ਨਾਮ ਸਿਮਰਨ ਕਰਨ ਵਾਲੇ ਦੇ ਵਿੱਚ ਪਰਮੇਸ਼ਰ ਆਪ ਆ ਕੇ ਬਸਦਾ ਹੈ, ਭਾਵ ਸਾਖਿਆਤ ਹੋ ਜਾਂਦਾ ਹੈ। ਕਰ ਕਿਰਪਾ ਜਿਸ ਆਪ ਬੁਝਾਇਆ, ਵਾਹਿਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਆਪ ਸਮਝਾਇਆ ਹੈ। ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਉਸਨੇ ਹੀ ਮੁਖੀ ਗੁਰਾਂ ਦੁਆਰਾ ਹਰੀ ਵਾਹਿਗੁਰੂ ਦੇ ਸਿਮਰਨ ਨੂੰ ਪਾਉਣਾ ਕੀਤਾ ਹੈ। ਜਿਸ ਨੇ ਵਾਹਿਗੁਰੂ ਨੇ ਕਿਰਪਾ ਕਰਕੇ ਜਿਸ ਨੂੰ ਆਪ ਸਮਝਾਇਆ ਹੈ। ਪਹਿਲੀ ਅਸ਼ਟਪਦੀ ਵਿੱਚ ਰਹਾਉ ਪਦ ਤੇ ਰਹਾਉ ਵਾਲੀਆਂ ਪੰਕਤੀਆਂ ਸਮੇਤ ਪੂਰੇ 1134 ਪੈਰਾਂ ਵਾਲੇ ਰਾਰੇ 61 ਅਤੇ ਅੱਖਰ ਦੋ ਕੁੱਲ ਅੱਖਰ 1197 ਹਨ। ਇਸ ਅਸ਼ਟਪਦੀ ਦੇ ਵਿੱਚ ਪ੍ਰਭ ਦਾ ਸਿਮਰਨ ਸਭ ਤੇ ਉੱਚਾ। ਨਾਮ ਦੇ ਜਿਹੜੇ ਲਾਭ ਹਨ ਉਹ ਗੁਰੂ ਮਹਾਰਾਜ ਨੇ ਇਸ ਅਸ਼ਟਪਦੀ ਦੇ ਵਿੱਚ ਦਰਸਾਏ। ਅੱਗੇ ਮਹਾਰਾਜ ਸ਼ਲੋਕ ਸਰਵ ਕਰਦੇ ਹਨ। ਸ਼ਲੋਕ ਦੀਨ ਦਰਦ ਦੁਖ ਪੰਜਨਾ, ਕਟਕਟ ਨਾਥ ਅਨਾਥ। ਹੇ ਗਰੀਬਾਂ ਦੀ ਪੀੜਾ ਅਤੇ ਜੰਮਣ ਮਰਨ ਦੇ ਦੁੱਖਾਂ ਨੂੰ ਭੰਨਣ ਵਾਲੇ ਹਰੀ ਵਾਹਿਗੁਰੂ ਆਪ ਘਟਾਂ ਵਿੱਚ ਵਿਆਪਕ ਅਤੇ ਅਨਾਥਾਂ ਦੇ ਸੁਆਮੀ ਹੋ। ਸ਼ਰਨ ਤੁਮਾਰੀ ਆਇਓ ਨਾਨਕ ਕੇ ਪ੍ਰਭਸਾਤ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਹੇ ਹਰੀ ਵਾਹਿਗੁਰੂ, ਮੈਂ ਗੁਰਾਂ ਦੇ ਨਾਲ ਮਿਲ ਕੇ ਤੁਹਾਡੀ ਓਟ ਵਿੱਚ ਆਇਆ, ਤੁਹਾਡੀ ਓਟ ਵਿੱਚ ਆਇਆ ਹਾਂ। ਅਸ਼ਟਪਦੀ ਜੈ ਮਾਤ ਪਿਤਾ ਸੁਤ ਮੀਤ ਨ ਭਾਈ। ਜਿੱਥੇ ਤੇਰੇ ਮਾਂ ਪਿਓ ਮਿੱਤਰ
ਪੁੱਤਰ ਅਤੇ ਨਾ ਹੀ ਭਰਾ ਨੇ ਸਹਾਇਤਾ ਕਰਨੀ ਹੈ। ਮਨ ਉਹਾਂ ਨਾਮ ਤੇਰਾ ਸੰਗ ਸਹਾਈ। ਹੇ ਮਨਾ ਉਤੇ ਹਰੀ ਦੇ ਨਾਮ ਨੇਗੀ, ਤੇਰੇ ਨਾਲ ਸਹਾਇਤਾ ਹੁਣ ਸਹਾਇਕ ਹੋਣਾ ਹੈ। ਜੈ ਮਹਾ ਪਿਆਨ ਦੂਤ ਜਮ ਦਲੈ, ਤੈ ਕੇਵਲ ਨਾਮ ਸੰਗ ਤੇਰਾ ਚਲੈ। ਜਿੱਤੇ ਪਰਲੋਕ ਦੇ ਰਸਤੇ ਵਿੱਚ ਵੱਡਾ ਭੈਦਾਇਕ ਜਮਦੂਤਾਂ ਦਾ ਦਲ ਹੋਵੇਗਾ। ਜਮ ਦੇ ਦੂਤ ਨਾਸ ਕਰਨਗੇ, ਤੈ ਕਰ ਦਲ ਕਰਨ ਮਹਾਬਲੀ। ਤਿਨ ਅਗਲੀ ਲੈ ਮੈਂ ਰਹਿਣ ਨਾ ਮਾ ਜਾਏ। ਉੱਥੇ ਰਸਤੇ ਦੇ ਵਿੱਚ ਵੱਡੇ ਭੈਦਾਇਕ ਜਮਦੂਤਾਂ ਦਾ ਦਲ ਹੋਵੇਗਾ। ਜਮ ਦੇ ਦੂਤ ਨਾਸ ਕਰਨਗੇ। ਉੱਥੇ ਸਿਰਫ ਹਰੀ ਵਾਹਿਗੁਰੂ ਦਾ ਨਾਮ ਹੀ ਤੇਰੇ ਨਾਲ ਚੱਲੇਗਾ, ਜੇ ਕੇਵਲ ਮੁਕਤੀ ਦੇ ਦੇਣ ਵਾਲਾ ਹੈ। ਜੈ ਮੁਸ਼ਕਲ ਹੋਵੈ ਅਤ ਭਾਰੀ, ਹਰ ਕੋ ਨਾਮ ਕਿਨ ਮਾਹੇ ਉਦਾਰੀ। ਜਿੱਥੇ ਅੰਤ ਵੇਲੇ ਅਤੇ ਅੰਤ ਭਾਰੀ ਤਕਲੀਫ ਹੋਵੇਗੀ, ਭਾਵ ਅੰਤ ਸਮੇਂ ਔਗਣ ਘੇਰਾ ਪਾਉਣਗੇ ਅਤੇ ਅੰਤ ਔਕੜ ਦਾ ਸਮਾਂ ਹੋਵੇਗਾ। ਉੱਥੇ ਹਰੀ ਵਾਹਿਗੁਰੂ ਦਾ ਨਾਮ ਇੱਕ ਛਿਣ ਵਿੱਚ ਹੀ ਉਧਾਰ ਕਰ ਦੇਵੇਗਾ, ਭਾਵ ਦੁੱਖਾਂ ਤੋਂ ਬਚਾ ਲਵੇਗਾ। ਅਨਕ ਪੁਨੈ ਚਰਨ ਕਰਤ ਨਹੀਂ ਤਰੈ, ਹਰ ਕੋ ਨਾਮ ਕੋਟ ਪਾਪ ਪਰ ਹਰੈ। ਅਨੇਕ ਤਰ੍ਹਾਂ ਦੇ ਪਾਪਾਂ ਦੀ ਨਿਵਰਤੀ ਵਾਸਤੇ ਪ੍ਰਾਸ਼ਚਿਤ ਕਰਮ ਕਰਦਿਆਂ ਵੀ ਤੂੰ ਮੁਕਤ ਨਹੀਂ ਹੋ ਸਕੇਗਾ। ਹਰੀ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਨੂੰ ਨਾਸ਼ ਕਰ ਦਿੰਦਾ ਹੈ। ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵਹੁ ਸੂਖ ਕਨੇਰੇ। ਹੇ ਮੇਰੇ ਮਨਾ, ਮੁਖੀ ਗੁਰਾਂ ਦੁਆਰਾ ਗੁਰਮੁਖ ਬਣ ਕੇ ਨਾਮ ਜਪਣਾ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਸ ਪ੍ਰਕਾਰ ਨਾਮ ਜਪਣੇ ਕਰਕੇ ਘਣੇ ਦੁੱਖਾਂ ਨੂੰ ਪਾ ਲਵੇਂਗਾ, ਘਣੇ ਸੁੱਖਾਂ ਨੂੰ ਪਾ ਲਵੇਂਗਾ ਨਾਮ ਜਪ ਕਰਕੇ। ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ। ਸਾਰੀ ਦੁਨੀਆ ਦਾ ਰਾਜਾ ਵੀ ਸਿਮਰਨ ਤੋਂ ਬਿਨਾ ਦੁਖੀ ਹੈ, ਪਰ ਉਹ ਵੀ ਹਰੀ ਵਾਹਿਗੁਰੂ ਦਾ ਨਾਮ ਜਪ ਕੇ ਸੁਖੀ ਹੋ ਜਾਂਦਾ ਹੈ। ਜਿਵੇਂ ਗੋਪਾਲਪੁਰੇ ਦੇ ਕੋੜੀ ਰਾਜੇ ਦਾ ਕੋਲ ਨਾਮ ਸਿਮਰਨ ਕਰਕੇ ਠੀਕ ਹੋਇਆ ਸੀ, ਅਰਥਾਤ ਜਿਨ੍ਹਾਂ ਸਾਰੀ ਦੁਨੀਆ ਨੂੰ ਦੁੱਖ ਹੈ, ਉਤਨਾ ਰਾਜੇ ਨੂੰ ਰਾਜ ਸੰਭਾਲਣ ਦਾ ਦੁੱਖ ਹੈ। ਜਾਰਜ ਪੰਚਮ ਅੰਗਰੇਜ਼ਾਂ ਦਾ ਬਾਦਸ਼ਾਹ ਸੀ। ਜਦੋਂ ਪਹਿਲੀ ਵਾਰ ਜਰਮਨ ਦੀ ਲੜਾਈ 1413 ਵਿੱਚ ਲੱਗੀ ਸੀ, ਇਸ ਨੂੰ ਨੀਂਦ ਆਉਣ ਤੋਂ ਹਟ ਗਈ ਸੀ। ਬਿਜਲੀ ਨਾਲ ਸੁਲਾਇਆ ਕਰਦੇ ਸਨ। ਇਤਨਾ ਦੁੱਖ ਸੀ, ਜੇ ਨਾਮ ਜਪੇ ਤਾਂ ਦੁਖੀ ਵੀ ਸੁਖੀ ਹੋ ਜਾਂਦੇ, ਦੁਖੀ ਵੀ ਸੁਖੀ ਹੋ ਸਕਦਾ ਹੈ। ਲਾ ਕਰੂਰੀ ਬੰਧਨ ਪਰੈ, ਹਰ ਕਾ ਨਾਮ ਜਪਤ ਨਿਸਤਰੈ। ਭਾਵੇਂ ਲੱਖਾਂ ਕਰੋੜਾਂ ਬੰਨਣ ਪੈ ਜਾਣ, ਹਰੀ ਵਾਹਿਗੁਰੂ ਦਾ ਨਾਮ ਜਪਣ ਕਰਕੇ ਸੰਸਾਰ ਸਮੁੰਦਰ ਤੋਂ ਤਰ ਜਾਈਦਾ ਹੈ। ਸੰਪਰਦਾ ਵਿੱਚ ਪ੍ਰਕਰਨ ਅਨੁਸਾਰ ਬੰਧਨ ਪਾਠ ਇਕੱਠਾ ਹੀ ਕੀਤਾ ਜਾਂਦਾ ਹੈ। ਵਿਆਕਰਨ ਅਨੁਸਾਰ ਕਈ ਵਿਆਖਿਆਕਾਰ ਬੰਧਨ ਵਾਲੇ ਧੱਦੇ ਨੂੰ ਔਂਕੜ ਲੱਗਿਆ ਹੋਣ ਕਰਕੇ ਨਾ ਅੱਖਰ ਅਲੱਗ ਕਰਕੇ ਬੰਧ ਨਾ ਪੜ੍ਹੇ, ਇਸ ਤਰ੍ਹਾਂ ਪੜ੍ਹ ਦਿੰਦੇ। ਦੂਤੀਆ
ਜਮਨ ਗਏ ਗੁਰ ਹਰ ਹਰ ਜਪਨ ਕੀਆ। ਅਨਕ ਮਾਇਆ ਰੰਗ ਤਿਕ ਨਾ 부ਝਾਵੈ, ਹਰ ਕਾ ਨਾਮ ਜਪਦੇ ਅਕਾਵੈ। ਅਨੇਕ ਪ੍ਰਕਾਰ ਦੀ ਮਾਇਆ ਦੇ ਆਨੰਦ ਵੀ ਤ੍ਰਿਸ਼ਨਾ ਦੀ ਤ੍ਰੇ ਨੂੰ ਬੁਝਾ ਨਹੀਂ ਸਕਦੇ। ਹਰੀ ਵਾਹਿਗੁਰੂ ਦਾ ਨਾਮ ਜਪਣ ਕਰਕੇ ਹੀ ਰਜ ਆ ਸਕਦਾ ਹੈ। ਜੇ ਮਾਰ ਕੇ ਇਹੋ ਜਾਤ ਅਕੇਲਾ, ਤੈ ਹਰ ਨਾਮ ਸੰਗ ਹੋਤ ਸੁਹੇਲਾ। ਜਿੱਥੇ ਜਮਾਂ ਦੇ ਰਸਤੇ ਵਿੱਚ ਜੀਵ ਇਕੱਲਾ ਜਾਂਦਾ ਹੈ, ਉੱਥੇ ਹਰੀ ਵਾਹਿਗੁਰੂ ਦਾ ਨਾਮ ਇਸ ਜੀਵ ਦੇ ਨਾਲ ਸੁਖਦਾਈ ਹੁੰਦਾ ਹੈ। ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮਗਤ ਪਾਈਐ। ਇਸ ਕਰਕੇ ਹੇ ਮੇਰੇ ਮਾਨਾ, ਐਜੇ ਨਾਮ ਨੂੰ ਹਮੇਸ਼ਾ ਧਿਆਉਣਾ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਇਉਂ ਮੁਖੀ ਗੁਰਾਂ ਦੁਆਰਾ ਨਾਮ ਨੂੰ ਜਪ ਕੇ ਗੁਰਮੁਖਾਂ ਦੀ ਸੰਗਤ ਕਰਕੇ ਕੇਵਲ ਮੁਕਤੀ ਤਾਈਂ ਪਾ ਲਵੇਂਗਾ। ਛੂਟਤ ਨਹੀਂ ਕੋਟ ਲਖਵਾਈ, ਨਾਮ ਜਪਤ ਤੈ ਪਾਰ ਪਰਾਈ। ਜਿੱਤੇ ਪ੍ਰਤੱਖ ਲੱਖਾਂ ਕਰੋੜਾਂ ਬਾਹਾਂ ਵਾਲਾ ਜੀਵ ਹੋ ਕੇ ਵੀ ਲੱਖਾਂ ਕਰੋੜਾਂ ਜੋਧਿਆਂ ਭਾਵ ਭਰਾਵਾਂ ਰੂਪੀ ਬਾਹਾਂ ਵਾਲਾ ਹੋ ਕੇ ਕਾਲ ਤੋਂ ਛੁੱਟ ਨਹੀਂ ਸਕਦਾ। ਜਿੱਤੇ ਕਿਲਿਆਂ ਦੀ ਓਟ ਕਰਕੇ ਅਤੇ ਲੱਖਾਂ ਧਨ ਖਰਚ ਕਰਕੇ ਵੀ ਲੱਖਾਂ ਕਰੋੜਾਂ ਫੌਜਾਂ ਸੂਰਮਿਆਂ ਦੀ ਬਾਹਾਂ ਕਰਕੇ ਵੀ ਜਮ ਤੋਂ ਛੁੱਟ ਨਹੀਂ ਸਕਦਾ। ਨਾਮ ਜਪਣ ਵਾਲਾ ਜੀਵ ਉੱਤੇ ਪਾਰ ਪੈ ਜਾਂਦਾ ਹੈ, ਭਾਵ ਮੁਕਤ ਹੋ ਜਾਂਦਾ ਹੈ। ਅਨਕ ਵਿਗਨ ਜੈ ਆਈ ਸੰਗਾਰੈ, ਹਰ ਕਾ ਨਾਮ ਤਤਕਾਲ ਉਧਾਰੈ। ਅਨੇਕਾਂ ਰੁਕਾਵਟਾਂ ਜਿੱਤੇ ਆ ਕੇ ਇਸ ਜੀਵ ਨੂੰ ਨਾਸ ਕਰਦੀਆਂ ਹਨ, ਉੱਥੇ ਹਰੀ ਵਾਹਿਗੁਰੂ ਦਾ ਨਾਮ ਆ ਕੇ ਜਲਦੀ ਭਾਵ ਸਿਗਰ ਹੀ ਵਿਘਨਾਂ ਤੋਂ ਬਚਾ ਲੈਂਦਾ ਹੈ। ਅਨਕ ਜੂਨ ਜਨਮੈ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ। ਅਨੇਕਾਂ ਜੂਨਾਂ ਵਿੱਚ ਪੈ ਕੇ ਜੀਵ ਜੰਮਦਾ ਤੇ ਮਰਦਾ ਹੈ, ਤੇ ਮਰ ਕੇ ਫੇਰ ਜੰਮਦਾ ਰਹਿੰਦਾ ਹੈ। ਮਰ ਕੇ ਜਮਾਂ ਦੇ ਵਸ ਪੈ ਜਾਂਦਾ ਹੈ। ਜੇ ਜੀਵ ਨਾਮ ਜਪ ਲੈਣ ਤਾਂ ਮਨ ਟਿਕਾ ਪਾਉਂਦਾ ਹੈ, ਜਿਸ ਕਰਕੇ ਦੁਬਾਰਾ ਜੂਨਾਂ ਵਿੱਚ ਨਹੀਂ ਆਉਣਾ ਪੈਂਦਾ। ਹਉ ਮੈਲਾ ਮਲ ਕਹੂ ਨਾ ਧੋਵੈ, ਹਰ ਕਾ ਨਾਮ ਕੂਟ ਪਾਪ ਖੋਵੈ। ਜੀਵ ਹਉਮੈ ਕਰਕੇ ਮੈਲਾ ਹੈ, ਜੋ ਪਾਪਾਂ ਦੀ ਮੈਲ ਕਦੇ ਵੀ ਨਹੀਂ ਧੋਂਦਾ, ਪਰ ਹਰੀ ਵਾਹਿਗੁਰੂ ਦਾ ਨਾਮ ਕਰੋੜਾਂ ਪਾਪਾਂ ਦੀ ਮੈਲ ਮੇੜ ਦਿੰਦਾ ਹੈ। ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧ ਕੈ ਸੰਗ। ਇਸ ਕਰਕੇ ਹੇ ਮਨਾ, ਐਜੇ ਨਾਮ ਨੂੰ ਪ੍ਰੇਮ ਕਰਕੇ ਜਪਣਾ ਕਰ। ਸਤਿਗੁਰੂ ਜੀ ਕਥਨ ਕਰਦੇ ਹਨ ਕਿ ਸ੍ਰੇਸ਼ਟ ਜਨਾਂ ਦੀ ਸੰਗਤ ਨਾਲ ਮਿਲ ਕਰਕੇ ਹੀ ਇਹ ਅੰਮ੍ਰਿਤ ਨਾਮ ਪਾਈਦਾ ਹੈ। ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾਂ ਸੰਗ ਤੋਸਾ। ਜਿੱਤੇ ਜਮਾਂ ਦੇ ਰਸਤੇ ਦੇ ਕੋ ਗਿਣੇ ਨਹੀਂ ਜਾਂਦੇ, ਗਿਣੇ ਨਹੀਂ ਜਾ ਸਕਦੇ। ਅਰਥਾਤ ਗਰੁੜ ਪੁਰਾਣ ਵਿੱਚ 86,000 ਚੋਜਨ ਮਾਤ ਲੋਕ ਤੋਂ ਜਮ ਮਾਰਗ ਦਾ ਰਸਤਾ ਦੱਸਿਆ ਹੈ। ਹਰ ਰੋਜ਼ ਜੀਵ ਦੇ ਤਾਈਂ 2000 ਮੀਲ ਤੋਂ ਉੱਪਰ ਲੈ ਕੇ ਜਾਂਦੇ ਹਨ। ਗ੍ਰੰਥਾਂ ਅਨੁਸਾਰ ਕਹਿੰਦੇ ਹਨ ਕਿ ਪਾਪੀ ਪੁੰਨੀ ਦੋਨਾਂ ਨੂੰ ਇੱਕ ਸਾਲ ਵਿੱਚ ਲੈ ਜਾਂਦੇ ਹਨ। ਗਰੁੜ ਪੁਰਾਣ ਦੇ ਵਿੱਚ
ਲਿਖਿਆ ਹੈ, ਸੈਸ 88 ਜੋਜਨ ਪੂਰੀ, ਮਿਰਤ ਲੋਕ ਤੇ ਜਮਪੁਰ ਦੂਰੀ, 8 ਹੈ ਠੋਰ ਮੰਗ ਮੈਂ ਭਾਰੀ, ਘੋਰ ਕਸ਼ਟ ਪਾਵੈ ਨਰ ਨਾਰੀ। 86,000 ਜੋਜਨ ਮਾਤ ਲੋਕ ਤੋਂ ਜਮ ਮਾਰਗ ਦਾ ਰਸਤਾ ਹੈ। ਪਰ ਗੁਰਬਾਣੀ ਵਿੱਚ ਲਿਖਿਆ ਹੈ ਕਿ ਜਮਾਂ ਦੇ ਮਾਰਗ ਦੀ ਕੋਈ ਗਿਣਤੀ ਨਹੀਂ ਹੈ। ਹਰੀ ਵਾਹਿਗੁਰੂ ਦਾ ਨਾਮ ਹੀ ਉਥੇ ਤੇਰੇ ਨਾਲ ਤੋਸਾ ਭਾਵ ਖਰਚ ਭੋਜਨ ਰੂਪ ਖਜ਼ਾਨਾ ਹੋਵੇਗਾ। ਮੂਰਖ ਰਾਜੇ ਦੀ ਕਹਾਣੀ ਇੱਕ ਵਿਆਖਿਆ ਕਥਾ ਹੈ, ਸਾਖੀ ਹੈ। ਇੱਕ ਰਾਜਾ ਜੋ ਹਰੀ ਵਾਹਿਗੁਰੂ ਤੋਂ ਬੇਮੁਖ ਵਿਸ਼ੀ ਸੀ, ਪਰ ਉਸ ਦੀ ਰਾਣੀ ਬੜੀ ਸੂਝਵਾਨ ਤੇ ਸਤ ਸੰਗਤ ਕਰਨ ਵਾਲੀ ਸੀ। ਹਰ ਰੋਜ਼ ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਪਰਮੇਸ਼ਰ ਦੇ ਸਿਮਰਨ ਵਿੱਚ ਜੁੜ ਰਹਿੰਦੀ ਸੀ। ਉਸ ਦਾ ਨਿਯਮ ਸੀ ਕਿ ਸਿਮਰਨ ਕੀਤੇ ਤੋਂ ਬਿਨਾ ਕੁਝ ਖਾਣਾ ਪੀਣਾ ਨਹੀਂ। ਉਹ ਆਪਣੇ ਪਤੀ ਨੂੰ ਮਨੁੱਖਾ ਜਨਮ ਬਾਰੇ ਕਹਿੰਦੀ ਕਿ ਬਾਰ-ਬਾਰ ਮਨੁੱਖਾ ਸਰੀਰ ਨਹੀਂ ਮਿਲਣਾ, ਅੰਮ੍ਰਿਤ ਵੇਲੇ ਇਸ਼ਨਾਨ ਕਰਕੇ ਸਿਮਰਨ ਕਰਕੇ ਲਾਹਾ ਪ੍ਰਾਪਤ ਕਰਨਾ ਚਾਹੀਦਾ। ਪਰ ਰਾਜਾ ਰਾਣੀ ਦੀ ਕਿਸੇ ਗੱਲ ਨੂੰ ਨਹੀਂ ਸੀ ਮੰਨਦਾ। ਸਵੇਰੇ ਉੱਠ ਕੇ ਆਪਣੇ ਕੰਮਾਂ ਵਿੱਚ ਲੱਗ ਜਾਂਦਾ। ਅਖੀਰ ਰਾਣੀ ਨੇ ਗੁੱਸੇ ਵਿੱਚ ਰਾਜੇ ਨੂੰ ਮੂਰਖ ਕਹਿ ਦਿੱਤਾ ਕਿ ਸਿਮਰਨ ਨਹੀਂ ਕਰਦੇ। ਉਸ ਵੇਲੇ ਰਾਜੇ ਨੇ ਵਿਚਾਰਿਆ ਕਿ ਮੈਨੂੰ ਰਾਣੀ ਨੇ ਮੂਰਖ ਕਿਹਾ ਹੈ, ਇਸ ਵਿੱਚ ਜ਼ਰੂਰ ਕੋਈ ਕਾਰਨ ਹੈ। ਸਮਝ ਨਹੀਂ ਆਈ ਕਿ ਮੇਰੇ ਵਿੱਚ ਕੀ ਮੂਰਖਤਾ ਹੈ। ਉਸ ਵੇਲੇ ਰਾਜੇ ਨੇ ਆਪਣੇ ਰਾਜ ਵਿੱਚ ਢਿੰਡੋਰਾ ਫਿਰਾ ਕੇ ਸਾਰੇ ਮੂਰਖਾਂ ਨੂੰ ਬੁਲਾਇਆ। ਉਹਨਾਂ ਵਿੱਚੋਂ ਜਿਹੜਾ ਸਭ ਤੋਂ ਵੱਧ ਮੂਰਖ ਸੀ, ਉਸ ਦੇ ਹੱਥ ਵਿੱਚ ਰਾਜੇ ਨੇ ਬਹੁਤ ਕੀਮਤੀ ਸੋਨੇ ਦੀ ਸੋਟੀ ਫੜਾ ਕੇ ਕਿਹਾ, ਜਿਹੜਾ ਤੇਰੇ ਨਾਲ ਵੀ ਕੋਈ ਵੱਡਾ ਮੂਰਖ ਹੋਵੇ ਉਸ ਨੂੰ ਇਹ ਸੋਟੀ ਦੇ ਦੇਣੀ। ਇਸ ਤਰ੍ਹਾਂ ਕਹਿ ਕੇ ਸਭ ਨੂੰ ਤੋੜ ਦਿੱਤਾ। ਥੋੜੇ ਸਮੇਂ ਬਾਅਦ ਰਾਜਾ ਬਹੁਤ ਬਿਮਾਰ ਹੋ ਗਿਆ ਤੇ ਵਜ਼ੀਰ ਨੂੰ ਕਹਿ ਕੇ ਉਸ ਮੂਰਖ ਨੂੰ ਪਾਸ ਬੁਲਾਇਆ। ਮੂਰਖ ਨੇ ਆਉਂਦਿਆਂ ਸਾਰ ਹੀ ਕਿਹਾ ਕਿ ਰਾਜਨ ਕੀ ਸਬਬ ਹੈ? ਤਾਂ ਰਾਜਾ ਕਹਿਣ ਲੱਗਾ ਕਿ ਮੈਂ ਜਾ ਰਿਹਾ ਹਾਂ, ਤੈਨੂੰ ਕੋਈ ਵੱਡਾ ਮੂਰਖ ਲੱਭਾ ਹੈ ਜਾਂ ਨਹੀਂ? ਉਸ ਮੂਰਖ ਨੇ ਪੁੱਛਿਆ, ਰਾਜਨ ਆਪ ਕਿੱਥੇ ਜਾ ਰਹੇ ਹੋ? ਰਾਜੇ ਨੇ ਕਿਹਾ, ਮੈਂ ਪਰਲੋਕ ਦੀ ਯਾਤਰਾ ਕਰਨ ਜਾ ਰਿਹਾ। ਮੂਰਖ ਨੇ ਕਿਹਾ, ਫੇਰ ਪੁੱਛਿਆ, ਆਪ ਯਾਤਰਾ ਕਰਕੇ ਫਿਰ ਕਦੋਂ ਆਵੋਗੇ? ਰਾਜੇ ਨੇ ਕਿਹਾ, ਮੈਂ ਫਿਰ ਵਾਪਸ ਨਹੀਂ ਆਵਾਂਗਾ। ਮੂਰਖ ਨੇ ਪੁੱਛਿਆ, हे ਰਾਜਨ, ਆਪ ਜੀ ਨੇ ਕਿਤਨੀ ਕੋ ਦੂਰ ਜਾਣਾ ਹੈ? ਰਾਜੇ ਨੇ ਕਿਹਾ, ਉਸ ਜਮਾਂ ਦੇ ਰਸਤੇ ਦੇ ਕੋਹਾਂ ਦੀ ਕੋਈ ਗਿਣਤੀ ਨਹੀਂ ਹੈ। ਮੂਰਖ ਨੇ ਹੈਰਾਨ ਹੋ ਕੇ ਪੁੱਛਿਆ, ਇਤਨੀ ਦੂਰ ਆਪ ਜੀ ਨੇ ਜਾਣਾ ਹੈ? ਆਪ ਦੇ ਨਾਲ ਰਾਣੀਆਂ, ਰਾਜਕੁਮਾਰ, ਫੌਜਾਂ, ਵਜ਼ੀਰ ਖਾਂ ਜਾਂ ਹੋਰ ਕੋਈ ਸੰਬੰਧੀ ਜਾਏਗਾ? ਰਾਜੇ ਨੇ ਕਿਹਾ, ਇਹਨਾਂ ਸਾਰਿਆਂ ਵਿੱਚੋਂ ਕੋਈ ਵੀ ਮੇਰੇ ਨਾਲ ਨਹੀਂ ਜਾਵੇਗਾ, ਮੈਂ ਇਕੱਲਾ ਹੀ ਜਾਵਾਂਗਾ। ਮੂਰਖ ਨੇ ਕਿਹਾ, ਖਜ਼ਾਨੇ ਵਿੱਚੋਂ ਕੁਝ ਨਗਦੀ ਵਗੈਰਾ ਤਾਂ ਲੈ ਕੇ ਜਾਓਗੇ ਜਾਂ ਰਸਤੇ ਵਿੱਚ ਖਾਣ ਪੀਣ ਲਈ ਕੁਝ ਤੋਸਾ ਵਗੈਰਾ ਲੈ ਜਾਓਗੇ? ਰਾਜਨ ਕਹਿਣ ਲੱਗਾ, ਮੈਂ ਕੁਝ ਵੀ ਨਾਲ ਨਹੀਂ ਲੈ ਜਾ ਸਕਦਾ। ਖਾਲੀ ਹੱਥ ਆਇਆ ਸੀ ਤੇ ਖਾਲੀ ਹੱਥ ਜਾਣਾ ਹੈ। ਇਹ ਗੱਲ ਸੁਣ ਕੇ ਮੂਰਖ ਨੇ ਕਿਹਾ, हे ਰਾਜਨ, ਜੇਕਰ ਇਤਨੇ ਖਜ਼ਾਨੇ ਪਾ ਕੇ ਆਪਣੇ ਨਾਲ ਰਸਤੇ ਲਈ ਕੁਝ ਵੀ ਨਹੀਂ ਲੈ ਕੇ ਜਾ ਸਕਦਾ ਅਤੇ ਸਹਾਇਤਾ ਲਈ ਕਿਸੇ ਸੰਬੰਧੀ ਜਾਂ ਸਿਪਾਹੀਆਂ ਨੂੰ ਨਹੀਂ ਲਿਜਾ ਸਕਦਾ, ਤਾਂ ਸਾਰੇ ਮੂਰਖਾਂ ਚੋਂ ਵੱਡੇ ਮੂਰਖ ਆਪ ਹੀ ਹੋ, ਜੋ ਇਤਨੀ ਸਮਝ ਰੱਖਦਿਆਂ ਹੋਇਆਂ ਵੀ ਨਾ ਪ੍ਰਭੂ ਦਾ ਸਿਮਰਨ, ਨਾ ਦਾਨ ਪੁੰਨ ਅਤੇ ਨਾ ਹੀ ਕੋਈ ਨੇਕ ਕਮਾਈ ਕਰਕੇ ਦੁਨੀਆ ਵਿੱਚ ਜਸ ਖੱਟਿਆ ਹੈ,
ਇਸ ਲਈ ਤੁਸੀਂ ਆਪ ਹੀ ਆਪਣੀ ਸੋਟੀ ਸੰਭਾਲ ਲਓ। ਮੂਰਖ ਰਾਜੇ ਨੂੰ ਸੋਟੀ ਸੰਭਾਲ ਕੇ ਚਲਾ ਗਿਆ। ਬਾਅਦ ਵਿੱਚ ਰਾਜਾ ਆਪਣੀ ਰਾਣੀ ਦੇ ਬਚਨਾਂ ਨੂੰ ਯਾਦ ਕਰਕੇ ਮਨ ਵਿੱਚ ਵਿਚਾਰਦਾ ਹੈ, ਜੇ ਮੈਂ ਰਾਣੀ ਦੇ ਆਖੇ ਲੱਗ ਕੇ ਦਾਨ ਪੁੰਨ ਭਜਨ ਸਿਮਰਨ ਕਰ ਲੈਂਦਾ ਤਾਂ ਉਸਨੇ ਮੇਰੇ ਨਾਲ ਜਾ ਕੇ ਮੇਰੀ ਸਹਾਇਤਾ ਕਰਨੀ ਸੀ, ਪਰ ਮੈਂ ਮੂਰਖ ਨੇ ਕੁਝ ਵੀ ਨਾ ਕੀਤਾ। ਇਸ ਲਈ ਪਰਲੋਕ ਦੇ ਲੰਮੇ ਰਸਤੇ ਵਿੱਚ ਮੇਰੀ ਕਿਸੇ ਨੇ ਸਹਾਇਤਾ ਨਹੀਂ ਕਰਨੀ। ਇਸ ਲਈ ਭਾਈ ਉਸ ਪੈਂਡੇ ਦੇ ਉੱਤੇ ਕਿਸੇ ਨੇ ਸਹਾਇਤਾ ਨਹੀਂ ਕਰਨੀ। ਧੀਆਂ ਪੁੱਤਰ ਸਾਕ ਸੰਬੰਧੀ ਰਿਸ਼ਤੇਦਾਰ ਘਰ ਵਾਲੀ ਭਰਾ ਭੈਣ ਕਿਸੇ ਨੇ ਸਹਾਇਤਾ ਨਹੀਂ ਕਰਨੀ। ਕੇਵਲ ਤੇ ਕੇਵਲ ਉਸ ਪੈਂਡੇ ਦੇ ਉੱਤੇ ਉਸ ਪ੍ਰਮਾਤਮਾ ਦੇ ਨਾਮ ਨੇ, ਸੇਵਾ ਤੇ ਸਿਮਰਨ ਨੇ, ਪੁੰਨ ਦਾਨ ਨੇ ਸਹਾਇਤਾ ਕਰਨੀ ਹੈ। ਜੇ ਪੈਂਡੇ ਮਾ ਅੰਧ ਗੁਬਾਰਾ ਹਰ ਕਾ ਨਾਮ ਸੰਗ ਉਜਿਆਰਾ। ਜਿਸ ਰਸਤੇ ਵਿੱਚ ਬੜਾ ਅੰਧ ਘੁੱਪ ਹਨੇਰਾ ਹੈ, ਜਿਵੇਂ ਕ੍ਰਿਸ਼ਨ ਭਗਵਾਨ ਜਦੋਂ ਆਪਣੇ ਗੁਰੂ ਸੰਦੀਪਨ ਦੇ ਪੁੱਤਰਾਂ ਨੂੰ ਲੈਣ ਵਾਸਤੇ ਗਏ, ਉਸ ਵਕਤ ਜਮ ਰਸਤੇ ਵਿੱਚ ਇਤਨਾ ਹਨੇਰਾ ਸੀ। ਰਤਵਾਈ ਕਹਿਣ ਲੱਗਾ ਕਿ ਭਗਵਾਨ ਜੀ ਅੱਗੇ ਬੜਾ ਹਨੇਰਾ ਹੈ, ਤਾਂ ਕ੍ਰਿਸ਼ਨ ਭਗਵਾਨ ਕਹਿਣ ਲੱਗੇ ਕਿ ਸੁਦਰਸ਼ਨ ਚੱਕਰ ਦੀ ਲੋਹ ਨਾਲ ਚੱਲਦੇ ਹਾਂ। ਇਤਨਾ ਹਨੇਰਾ ਹੈ, ਜੇ 12 ਸੂਰਜ ਵੀ ਚੜ ਜਾਣ ਤਾਂ ਕਾਲੇ ਤਵੇ ਵਰਗੇ ਹੋ ਜਾਣ। ਸੂਰਮੇ ਸੂਰਜ ਮੰਡਲ ਨੂੰ ਵੇਦ ਕੇ ਚਾਨਣ ਦੇ ਵਿੱਚੋਂ ਵੀ ਦੇਵਪੁਰੀ ਪਹੁੰਚਦੇ ਹਨ ਤੇ ਪਾਪੀ ਹਨੇਰੇ ਵਿੱਚ ਖਿੱਚੇ ਧੂਏ ਜਾਂਦੇ ਹਨ। ਉਸ ਰਸਤੇ ਵਿੱਚ ਹਰੀ ਵਾਹਿਗੁਰੂ ਦਾ ਨਾਮ ਹੀ ਜੀਵ ਦੇ ਨਾਲ ਪ੍ਰਕਾਸ਼ ਕਰਨ ਵਾਲਾ ਹੈ। ਨਾਮ ਜਪਤ ਕੋਟ ਸੂਰ ਉਜਾਰਾ, ਬਿਨਸੈ ਪਰਮ ਅੰਧੇਰਾ। ਨਾਮ ਜਪਣ ਦੇ ਨਾਲ ਉਸ ਰਸਤੇ ਤੇ ਕਰੋੜਾਂ ਸੂਰਜਾਂ ਦਾ ਪ੍ਰਕਾਸ਼ ਹੋ ਜਾਂਦਾ ਹੈ। ਜਹ ਪੰਥ ਤੇਰਾ ਕੋ ਨਾ ਸਜਾਨੋ, ਹਰ ਕਾ ਨਾਮ ਤੈ ਨਾਲ ਪਛਾਨੋ। हे ਜੀਵ, ਜਿੱਤੇ ਜਮਾ ਦੇ ਰਸਤੇ ਤੇ ਤੇਰਾ ਕੋਈ ਮਿਲਾਪੀ ਨਹੀਂ ਹੈ, ਉਤੇ ਹਰੀ ਵਾਹਿਗੁਰੂ ਦਾ ਨਾਮ ਤੇਰੇ ਨਾਲ ਜਾਣੂ ਹੋਵੇਗਾ। ਜੈ ਮਹਾ ਪਿਆਨ ਤਪਤ ਬੋ ਕਾਮ, ਤੈ ਹਰ ਕੇ ਨਾਮ ਕੀ ਤੁਮ ਉਪਰ ਸ਼ਾਮ। ਜਿੱਤੇ ਭਾਰੀ ਪੈਦਾਇਕ ਧੁੱਪ ਦੀ ਬਹੁਤ ਤਪਸ਼ ਹੁੰਦੀ ਪੈਂਦੀ ਹੈ, ਉਤੇ ਤੇਰੇ ਉੱਤੇ ਹਰੀ ਪਰਮੇਸ਼ਰ ਦੇ ਨਾਮ ਦੀ ਛਾਂ ਹੋਵੇਗੀ। ਜਹਾਂ ਤਿਰ ਕਾ ਮਨ ਤੁਝ ਆ ਕਰਕੈ, ਤੈ ਨਾਨਕ ਹਰ ਹਰ ਅੰਮ੍ਰਿਤ ਵਰਕੈ। ਜਿੱਥੇ ਰਸਤੇ ਵਿੱਚ ਬੜੀ ਪਿਆਸ ਲੱਗੇਗੀ ਅਤੇ ਜਮ ਪੁੰਨਾਂ ਦੇ ਬਦਲੇ ਪਾਣੀ ਦੇਣਗੇ, ਕਿਉਂ ਤੇਰਾ ਹਿਰਦਾ ਖਿੱਚਿਆ ਜਾਵੇਗਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਜੇ ਨਾਮ ਜਪਿਆ ਹੋਵੇਗਾ ਤਾਂ ਉੱਤੇ ਸਭ ਨੂੰ ਹਰੇ ਭਰੇ ਕਰਨ ਵਾਲੇ ਹਰੀ ਪਰਮੇਸ਼ਰ ਦੇ ਨਾਮ ਅੰਮ੍ਰਿਤ ਦੀ ਵਰਖਾ ਤੇਰੇ ਉੱਤੇ ਵਰੇਗੀ, ਜੋ ਤੈਨੂੰ ਅਮਰ ਕਰ ਦੇਵੇਗੀ ਅਤੇ ਸਾਰੀਆਂ ਤ੍ਰਿਆਂ ਮੇੜ ਦੇਵੇਗੀ। ਇਉਂ ਸਤਿਗੁਰੂ ਜੀ ਉਹ ਹਾਲਤ ਵਿਖਾ ਰਹੇ ਹਨ ਜੋ ਸਾਡੀਆਂ ਚਮਦੀਆਂ ਅੱਖਾਂ ਦੇਖ ਨਹੀਂ ਸਕਦੀਆਂ। ਆਓ ਜੀ, ਇੰਨੀ ਬੇਨਤੀਆਂ ਪ੍ਰਵਾਨ ਕਰਨੀਆਂ। ਬਾਣੀ ਦੀ ਵਿਆਖਿਆ ਕਰਦਿਆਂ ਹੋਇਆ ਕਈ ਪ੍ਰਕਾਰ ਦੀਆਂ ਭੁੱਲਾਂ ਤਰੁੱਟੀਆਂ ਹੋ ਜਾਂਦੀਆਂ ਹਨ। ਸਾਧ ਸੰਗਤ ਤੇ ਗੁਰੂ ਮਹਾਰਾਜ ਬਖਸ਼ਣਯੋਗ ਹਨ। ਸੋ ਬਾਣੀ ਪੜ੍ਹਿਆ ਕਰੋ, ਸੁਣਿਆ ਕਰੋ, ਗੁਰੂ ਘਰ ਆਇਆ ਕਰੋ, ਸੇਵਾ ਕਰਿਆ ਕਰੋ, ਫੇਰ ਹੀ ਭਵ ਸਾਗਰ ਕਲਯੁਗ ਤੋਂ ਪਾਰ ਉਤਾਰਾ ਹੋ ਸਕਦਾ ਹੈ। ਆਓ ਜੀ, ਨਾਮ ਜਪਣ ਵਾਲੇ ਬਣੀਏ, ਗੁਰੂ ਵਾਲੇ ਬਣੀਏ, ਫੇਰ ਹੀ ਸਾਡਾ ਇਹ ਜਿਹੜਾ ਮਨੁੱਖਾ ਜਨਮ ਹੈ ਸਫਲਾ ਹੋ ਸਕਦਾ ਹੈ। ਸੋ ਅੱਜ ਦੀ ਦੇਗ ਦੀ ਸੇਵਾ ਭਾਈ ਸਾਹਿਬ ਭਾਈ ਅਨਿਲ ਕੁਮਾਰ ਜੀ ਸੁਪੁੱਤਰ ਸ੍ਰੀ ਅਮੀਰ ਚੰਦ ਜੀ ਮਾਸਟਰ ਭਾਵਾ ਪਰਿਵਾਰ ਵੱਲੋਂ ਹੈ।
ਔਰ ਕੱਲ ਦੀ ਦੇਗ ਦੀ ਸੇਵਾ ਭਾਈ ਸਾਹਿਬ ਭਾਈ ਚਾਂਦੀ ਰਾਮ ਸਪੁੱਤਰ ਸਰਦਾਰ ਆਨੰਦ ਰਾਮ ਜੀ ਜਾਂਗੜਾ ਸਮੂਹ ਪਰਿਵਾਰ ਵੱਲੋਂ ਹੈ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗ